ਨੈਕਸਟ assertive and interrogative sentences। ਹੁਣ ਆਪਾਂ ਕਰਨਾ ਕੀ ਹੈ, assertive ਯਾਨੀ ਡੈਕਲੇਰੇਟਿਵ ਭਾਵ ਕਿਸੇ ਬਾਰੇ ਕੋਈ ਗੱਲ ਕਹੀ ਹੋਵੇ, ਠੀਕ ਹੈ, ਉਹਨੂੰ ਆਪਾਂ ਇੰਟੈਰੋਗੇਟਿਵ 'ਚ ਚੇਂਜ ਕਰ ਦੇਣਾ, ਠੀਕ ਹੈ। ਭਾਵ ਇੱਕ ਸਿੰਪਲ ਸੈਂਟੈਂਸ ਨੂੰ ਕੁਐਸਚਨ ਵਾਲੇ ਸੈਂਟੈਂਸ ਵਿੱਚ ਕਿੱਦਾਂ ਚੇਂਜ ਕਰਨਾ ਹੈ। ਹੁਣ ਪੰਜਾਬੀ 'ਚ ਤਾਂ ਅਸੀਂ ਕਹਿੰਦੇ ਆ ਕਿ ਗਾਂ ਘਾਹ ਚਰ ਰਹੀ ਹੈ, ਤੇ ਕੁਐਸਚਨ ਪੁੱਛਣਾ ਹੋਵੇ ਕਿ ਗਾਂ ਘਾਹ ਚਰ ਰਹੀ ਹੈ। ਸੋ ਕੁਐਸਚਨ ਬਣਾਉਣ ਲਈ ਅਸੀਂ ਵਾਕ ਵਿੱਚ ਕੀ ਐਕਸਟਰਾ ਜੋੜਿਆ, ਕੀ, ਠੀਕ ਹੈ। ਗਾਂ ਘਾਹ ਚਰ ਰਹੀ ਹੈ, ਕੁਐਸਚਨ ਕੀ ਹੋਇਆ, ਕੀ ਗਾਂ ਘਾਹ ਚਰ ਰਹੀ ਹੈ, ਠੀਕ ਹੈ। ਸੋ ਕੁਐਸਚਨ ਨੂੰ ਬਣਾਉਣ ਲਈ ਅਸੀਂ ਐਕਸਟਰਾ ਸ਼ਬਦ ਉਹਦੇ 'ਚ ਐਡ ਕਰ ਦਿੰਦੇ ਹਾਂ, ਜਿਹਦੇ ਨਾਲ ਉਹ ਕੁਐਸਚਨ ਦਾ ਰੂਪ ਧਾਰਨ ਕਰ ਜਾਂਦਾ ਹੈ। ਸੋ ਆਓ ਦੇਖਦੇ ਹਾਂ ਇੰਗਲਿਸ਼ ਵਿੱਚ ਇਹ ਕਿਸ ਤਰ੍ਹਾਂ ਹੁੰਦਾ ਹੈ। ਸੋ ਪਹਿਲਾ ਸੈਂਟੈਂਸ ਹੈ, ਦ ਕਾਊ ਇਜ਼ ਈਟਿੰਗ ਗ੍ਰਾਸ, ਗਾਂ ਘਾਹ ਚਰ ਰਹੀ ਹੈ। ਸੋ ਇਹਦੇ 'ਚ ਕਰਨਾ ਕੀ ਹੈ, ਦੇਖੋ ਲਿਖਿਆ ਨਾ ਦ ਕਾਊ ਇਜ਼। ਸੋ ਆਪਾਂ ਕੀ ਕਰਾਂਗੇ, ਜਿਹੜਾ ਇਹ 'ਚ ਹੈਲਪਿੰਗ ਵਰਬ ਲੱਗਿਆ ਇਜ਼, ਉਹਨੂੰ ਚੱਕ ਕੇ ਪਹਿਲੇ ਨੰਬਰ ਤੇ ਲੈ ਆਓ, ਬਾਕੀ ਸਾਰਾ ਸੈਂਟੈਂਸ ਸੇਮ, ਕੁਝ ਚੇਂਜ ਕਰਨ ਦੀ ਲੋੜ ਨਹੀਂ। ਓਕੇ, ਕੀ ਲਿਖਿਆ ਸੀ, ਦ ਕਾਊ ਇਜ਼, ਹੁਣ ਇਜ਼ ਹੈਲਪਿੰਗ ਵਰਬ ਆ ਗਿਆ, ਇਜ਼ ਚੱਕ ਕੇ ਪਹਿਲੇ ਤੇ ਲਾਓ ਤੇ ਬਾਕੀ ਸਾਰਾ ਸੇਮ ਲਿਖ ਦਿਓ, ਇਜ਼ ਦ ਕਾਊ ਈਟਿੰਗ ਗ੍ਰਾਸ। ਨੈਕਸਟ ਵੀ ਦੇਖੋ ਵੀ ਇਦਾਂ ਹੀ ਹੈ, ਕੀ ਲਿਖਿਆ, ਆਈ ਐਮ, ਐਮ ਕੀ ਆ ਗਿਆ, ਹੈਲਪਿੰਗ ਵਰਬ, ਐਮ ਚੱਕ ਕੇ ਪਹਿਲੇ ਨੰਬਰ ਤੇ। ਹੁਣ ਜਦੋਂ ਤੁਸੀਂ ਪਹਿਲੇ ਨੰਬਰ ਤੇ ਲੈ ਕੇ ਆਓਗੇ ਤੇ ਐਮ ਦਾ ਏ ਤਾਂ ਵੱਡਾ ਪਏਗਾ, ਹਨਾ, ਕੈਪੀਟਲ ਲੈਟਰ ਬਣੇਗਾ। ਸੋ ਐਮ ਦਾ ਏ ਕੈਪੀਟਲ ਤੇ ਆਈ ਹਮੇਸ਼ਾ ਕੈਪੀਟਲ ਹੀ ਲਿਖੀ ਦਾ, ਚਾਹੇ ਉਹ ਵਿਚਕਾਰ ਆਵੇ, ਠੀਕ ਹੈ, ਚਾਹੇ ਸਟਾਰਟਿੰਗ ਚ ਆਵੇ। ਸੋ ਐਮ ਆਈ writing a novel, okay। Third, the Germans were marching into Belgium, ਠੀਕ ਹੈ। ਸੋ ਆਪਾਂ ਬਾਕੀ ਸੈਂਟੈਂਸ ਨੂੰ ਨਹੀਂ ਦੇਖਣਾ, ਆਪਾਂ ਸਿਰਫ ਦੇਖਣਾ ਹੈ ਕਿ ਇੰਟੈਰੋਗੇਟਿਵ 'ਚ ਚੇਂਜ ਕਰਨ ਲਈ ਕਰਨਾ ਕੀ ਹੈ। ਸੋ ਅਸੀਂ ਸਿਰਫ ਤੇ ਸਿਰਫ ਹੈਲਪਿੰਗ ਵਰਬ ਤੱਕ ਦੇਖਣਾ ਹੈ, ਠੀਕ ਹੈ। ਦ ਜਰਮਨਸ ਵਰ, ਹੁਣ ਵਰ ਪਹਿਲਾਂ ਲਾ ਦੋ, ਵਰ ਦ ਜਰਮਨਸ, ਬਾਕੀ ਸਾਰਾ ਸੇਮ, ਮਾਰਚਿੰਗ ਇਨਟੂ ਬੈਲਜੀਅਮ। ਫੋਰਥ, ਮੀਰਾ ਵਾਸ, ਹੁਣ ਵਾਸ ਹੈਲਪਿੰਗ ਵਰਬ ਆ ਗਿਆ, ਹੁਣ ਵਾਸ ਮੀਰਾ ਕਰ ਦੋ, ਹਨਾ, ਵਾਸ ਪਹਿਲਾਂ ਮੀਰਾ ਬਾਅਦ, ਬਾਕੀ ਸਾਰਾ ਸੇਮ, ਵਾਸ ਮੀਰਾ ਰਾਈਟਿੰਗ ਅ ਲੈਟਰ। ਫਿਫਥ, ਦੇ ਵਰ, ਵਰ ਪਹਿਲਾਂ ਆ ਜਾਏਗਾ, ਵਰ ਦੇ, ਬਾਕੀ ਸੇਮ, ਬੀਇੰਗ ਕੁਐਸਚਨਡ। ਓਕੇ, ਸੋ ਇਹ ਸਾਰੇ ਇਦਾਂ ਹੀ ਸੀ, ਪਰ ਹੁਣ ਥੋੜਾ ਜਿਹਾ ਚੇਂਜ ਹੋਏਗਾ। ਕਿਸ ਤਰ੍ਹਾਂ, ਦ ਟ੍ਰੇਨ ਸਟਾਰਟਡ ਐਟ 10, ਕਿ ਟ੍ਰੇਨ ਜਿਹੜੀ ਹੈ 10 ਵਜੇ ਚੱਲ ਪੈਂਦੀ ਹੈ, ਸ਼ੁਰੂ ਹੋ ਜਾਂਦੀ ਹੈ। ਸੋ ਇੱਥੇ ਤਾਂ ਕੋਈ ਹੈਲਪਿੰਗ ਵਰਬ ਆਇਆ ਨਹੀਂ, ਪਰ ਇੱਥੇ ਕੀ ਆਇਆ, ਵਰਬ, ਠੀਕ ਹੈ। ਸੋ ਕਿਰਿਆ ਆਈ ਹੈ ਕਿ ਉਹਨੇ ਕੰਮ ਕਿਹੜਾ ਕੀਤਾ, ਕਿਹੜਾ ਕੰਮ ਕੀਤਾ, ਸਟਾਰਟ ਹੋਣ ਦਾ। ਇਹਦੇ 'ਚ ਆਪਾਂ ਦੇਖਣਾ ਹੈ ਕਿ ਇਹ ਫਸਟ ਫਾਰਮ ਲੱਗੀ ਹੈ, ਸੈਕਿੰਡ ਲੱਗੀ ਹੈ ਕਿ ਥਰਡ ਲੱਗੀ ਹੈ। ਇਹ ਹੈ ਸੈਕਿੰਡ ਫਾਰਮ। ਫਸਟ ਕੀ ਹੁੰਦੀ ਹੈ, ਸਟਾਰਟ। ਸੋ ਜੇ ਸੈਕਿੰਡ ਫਾਰਮ ਲੱਗੀ ਹੈ ਤੇ ਕੁਐਸਚਨ ਦੇ ਵਿੱਚ ਡਿਡ ਲੱਗੇਗਾ, ਤੇ ਜੇ ਫਸਟ ਫਾਰਮ ਲੱਗੀ ਹੈ ਤਾਂ ਕੁਐਸਚਨ ਦੇ ਵਿੱਚ ਡੂ ਜਾਂ ਡਜ਼ ਲੱਗੇਗਾ, ਠੀਕ ਹੈ। ਹੀ, ਸ਼ੀ, ਇਟ, ਕੋਈ ਵੀ ਤੀਜਾ ਪਰਸਨ ਹੋਵੇ ਉਹਦੇ ਨਾਲ ਡਜ਼ ਲੱਗੇਗਾ। ਮੇਰੇ ਤੇ ਤੇਰੇ ਤੇ ਜ਼ਿਆਦਾ ਜਣਿਆਂ ਦੇ ਨਾਲ ਆਪਾਂ ਡੂ ਲਗਾਵਾਂਗੇ, ਠੀਕ ਹੈ। ਤੇ ਪਾਸਟ ਹੋਵੇ ਤਾਂ ਸਾਰਿਆਂ ਨਾਲ ਡਿਡ ਲੱਗੇਗਾ, ਠੀਕ ਹੈ। ਸੋ ਇਹਦੇ ਚ ਪਾਸਟ ਹੈ, ਦ ਟ੍ਰੇਨ ਸਟਾਰਟਡ, ਸੋ ਆਪਾਂ ਸ਼ੁਰੂ ਕਰਾਂਗੇ ਡਿਡ। ਹੁਣ ਡਿਡ ਆਪਾਂ ਲਿਖ ਦਿੱਤਾ, ਪਤਾ ਚੱਲ ਗਿਆ ਕਿ ਇਹ ਪਾਸਟ ਸੈਂਟੈਂਸ ਹੈ। ਸੋ ਦੁਬਾਰਾ ਆਪਾਂ ਕੋਈ ਵੀ ਪਾਸਟ ਸੈਂਟੈਂਸ ਨੂੰ ਦਿਖਾਉਣ ਵਾਲਾ ਸ਼ਬਦ ਨਹੀਂ ਲਗਾਉਣਾ, ਠੀਕ ਹੈ। ਪਹਿਲਾਂ ਕੀ ਆਇਆ ਸੀ, ਦ ਟ੍ਰੇਨ ਸਟਾਰਟਡ। ਹੁਣ ਸਟਾਰਟਡ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਪਾਸਟ ਸੈਂਟੈਂਸ ਹੈ, ਪਰ ਜਦੋਂ ਅਸੀਂ ਕੁਐਸਚਨ ਵਾਲਾ ਬਣਾਇਆ ਉਦੋਂ ਆਪਾਂ ਲਗਾਤਾ ਡਿਡ। ਸੋ ਸਾਨੂੰ ਤਾਂ ਪਤਾ ਚੱਲ ਗਿਆ ਨਾ ਕਿ ਇਹ ਪਾਸਟ ਹੈ। ਹੁਣ ਆਪਾਂ ਸਟਾਰਟਡ ਨਹੀਂ ਲਗਾਵਾਂਗੇ, ਹੁਣ ਅਸੀਂ ਫਸਟ ਫਾਰਮ ਲਗਾਵਾਂਗੇ, ਠੀਕ ਹੈ। ਡਿਡ ਦ ਟ੍ਰੇਨ ਸਟਾਰਟ ਐਟ 10, ਓਕੇ। ਨੈਕਸਟ, I got an email, ਮੈਨੂੰ ਇੱਕ ਈਮੇਲ ਮਿਲੀ। ਹੁਣ ਸਿਰਫ ਇੰਨਾ ਕੋਈ ਸੈਂਟੈਂਸ ਹੈ, ਬਾਕੀ ਸਾਰਾ ਸੇਮ। I got ਸੈਕਿੰਡ ਫਾਰਮ, ਫਸਟ ਫਾਰਮ ਕੀ ਹੁੰਦੀ ਹੈ, ਯੈਸ, get, ਠੀਕ ਹੈ। ਸੋ ਆਪਾਂ ਨੂੰ ਪਤਾ ਚੱਲ ਗਿਆ ਸੈਕਿੰਡ ਫਾਰਮ ਲੱਗੀ ਹੈ, ਇਸ ਕਰਕੇ ਡਿਡ ਲੱਗੇਗਾ। ਕੀ ਆਏਗਾ, ਡਿਡ ਆਈ ਗੈਟ, ਬਾਕੀ ਸਾਰਾ ਸੇਮ, ਓਕੇ। ਡਿਡ ਆਈ ਗੈਟ, ਕੀ ਮੈਨੂੰ ਮਿਲੀ, ਕੀ ਮਿਲੀ, ਐਨ ਈਮੇਲ ਫਰੋਮ ਮਾਈ ਸਨ ਇਨ ਨਿਊਯਾਰਕ, ਠੀਕ ਹੈ। ਕਿ ਮੈਨੂੰ ਨਿਊਯਾਰਕ ਚ ਰਹਿੰਦੇ ਹੋਏ ਮੇਰੇ ਮੁੰਡੇ ਤੋਂ ਈਮੇਲ ਮਿਲੀ। ਨੈਕਸਟ, ਸ਼ੀ ਸਿੰਗਸ ਵੈਲ, ਉਹ ਚੰਗਾ ਗਾਉਂਦੀ ਹੈ। ਹੁਣ ਸਿੰਗਸ ਆ ਗਿਆ, ਠੀਕ ਹੈ, ਐਸ ਲੱਗਿਆ ਹੋਇਆ ਨਾਲ। ਇਹਦਾ ਮਤਲਬ ਜਦੋਂ ਅਸੀਂ ਕੁਐਸਚਨ ਬਣਾਵਾਂਗੇ ਤੇ ਨਾਲ ਕੀ ਲੱਗ ਜਾਏਗਾ, ਡਜ਼।
ਓਕੇ ਜਿਹਦੇ ਨਾਲ ਐਸ ਜਾਂ ਈ ਐਸ ਲੱਗਿਆ ਹੋਵੇ ਤਾਂ ਕੁਐਸਚਨ ਬਣਾਉਣ ਵੇਲੇ ਆਪਾਂ ਡੂ ਨਹੀਂ ਲਗਾਵਾਂਗੇ, ਡਿਡ ਨਹੀਂ ਲਗਾਵਾਂਗੇ, ਕੀ ਲਗਾਵਾਂਗੇ? ਡਜ਼। ਸੋ ਡਜ਼ ਲਗਾ ਕੇ ਬਾਕੀ ਸਾਰਾ ਸੇਮ। ਸ਼ੀ ਸਿੰਗ ਵੈਲ, ਹੁਣ ਸਿੰਗਸ ਇਸ ਕਰਕੇ ਨਹੀਂ ਆਇਆ ਕਿਉਂਕਿ ਉਹ ਆਪਾਂ ਐਸ ਜਿਹੜਾ ਸੀ ਡੂ ਦੇ ਨਾਲ ਲਗਾ ਕੇ ਡਜ਼ ਬਣਾ ਦਿੱਤਾ, ਠੀਕ ਹੈ। ਡਜ਼ ਸ਼ੀ ਸਿੰਗ ਵੈਲ ਕੁਐਸਚਨ ਮਾਰਕ। 9th they have studied very hard, ਹੁਣ ਕੀ ਆ ਗਿਆ? have studied, ਠੀਕ ਹੈ। has have ਦੇ ਨਾਲ ਜਦੋਂ ਥਰਡ ਫਾਰਮ ਲੱਗ ਜੇ ਇਹ ਬਣ ਜਾਂਦਾ ਪ੍ਰੈਜ਼ੈਂਟ ਪਰਫੈਕਟ, ਠੀਕ ਹੈ। ਸੋ ਇਹਦੇ ਵਿੱਚ ਵੀ ਆਪਾਂ ਉਹੀ ਫਾਰਮੂਲਾ ਲਗਾਵਾਂਗੇ ਜੋ ਅਸੀਂ ਸ਼ੁਰੂ ਤੋਂ ਲਗਾਇਆ ਸੀ ਨਾ ਹੈਲਪਿੰਗ ਵਰਬ ਵਾਲਾ। ਸੋ have ਨੂੰ ਅਸੀਂ ਪਹਿਲਾਂ ਲਗਾ ਦਾਂਗੇ, ਬਾਕੀ ਸਾਰਾ ਸੇਮ। have they studied very hard। next they play a match, play first form है ना। so question की लगेगा do, does के did। शाबाश, do लगेगा। did इस करके नहीं लग गया क्योंकि सेकंड फॉर्म नहीं लगी हुई। does इस करके नहीं लग गया क्योंकि play दे नाल s या es नहीं लग्या होया। so इस तरह इत्थे do लगेगा। do अगे सारा सेम। they play a match question mark। 11th I shall leave for Kolkata tomorrow, मैं कल कोलकाता ਲਈ ਰਵਾਨਾ ਹੋਵਾਂਗਾ। ਸੋ ਇਹਦੇ ਵਿੱਚ ਵੀ ਉਹੀ ਫਾਰਮੂਲਾ, ਸ਼ੈਲ ਪਹਿਲਾਂ ਲਗਾ ਦੇਣਾ, ਬਾਕੀ ਸਾਰਾ ਸੇਮ। ਸ਼ੈਲ ਆਈ ਲੀਵ ਫॉर ਕੋਲਕਾਤਾ ਟੁਮਾਰੋ। ਨੈਕਸਟ you should speak the truth, ਸੇਮ ਫਾਰਮੂਲਾ, should ਪਹਿਲਾਂ ਲਗਾ ਦੋ, should you speak the truth। 13th he can run, ਠੀਕ ਹੈ, ਸਿਰਫ ਇੰਨਾ ਹੀ ਹੈ। he can run, can ਪਹਿਲਾਂ ਆ ਜਾਏਗਾ, can he run ਪਿੱਛੇ ਸੇਮ a mile in 4 minutes, ਠੀਕ ਹੈ ਕਿ ਉਹ 4 ਮਿੰਟ 'ਚ 1 ਮੀਲ ਭੱਜ ਸਕਦਾ ਹੈ। 14th we shall discuss, ਸਿਰਫ ਇੰਨਾ ਹੀ ਚੇਂਜ ਕਰਨਾ, ਬਾਕੀ ਸਾਰਾ ਸੇਮ। shall we discuss the matter with the principal, ਕਿ ਅਸੀਂ ਇਹ ਮੈਟਰ ਪ੍ਰਿੰਸੀਪਲ ਨਾਲ ਡਿਸਕਸ ਕਰਾਂਗੇ। ਨੈਕਸਟ he should pay the fee in time, ਉਸ ਨੂੰ ਫੀਸ ਟਾਈਮ ਨਾਲ ਪੇ ਕਰਨੀ ਚਾਹੀਦੀ ਹੈ। ਹੁਣ ਚੇਂਜ ਕੀ ਕਰਨਾ? he should, okay, should he, ਬਾਕੀ ਸਾਰਾ same। should he pay the fee in time। the mother looks after her child, looks ਆ ਗਿਆ, ਠੀਕ ਹੈ। ਹੁਣ ਕੀ ਆਊਗਾ? do, does ਕਿ did? very good, does। ਬਾਕੀ ਸਾਰਾ same, ਬਸ looks ਤੋਂ ਆਪਾਂ s ਹਟਾ ਕੇ does ਵੱਲ ਲਗਾ ਦੇਣਾ। does the mother look after her child। next idle boys shirk work, ਕਿ ਵਿਹਲੇ ਮੁੰਡੇ ਕੰਮ ਤੋਂ ਜੀ ਚੁਰਾਉਂਦੇ ਹਨ। ਹੁਣ ਸ਼ਰਕ ਯਾਨੀ ਜੀ ਚੁਰਾਣਾ, ਠੀਕ ਹੈ। ਸੋ ਸ਼ਰਕ ਦੇ ਨਾਲ ਨਾ ਐਸ ਈ ਐਸ ਲੱਗਿਆ ਤੇ ਨਾ ਹੀ ਇਹ ਪਾਸਟ ਹੈ ਹਨਾ, ਈ ਡੀ ਵੀ ਨਹੀਂ ਲੱਗਿਆ। ਸੋ ਇਸ ਕਰਕੇ ਇਹਦੇ ਨਾਲ ਡੂ ਆਏਗਾ, ਨਾ ਡਜ਼ ਤੇ ਨਾ ਹੀ ਡਿਡ। ਸੋ ਡੂ ਆਏਗਾ। ਸੋ ਡੂ ਆਈਡਲ ਬॉयਜ਼ ਸ਼ਰਕ ਵਰਕ ਕੁਐਸਚਨ ਮਾਰਕ। ਨੈਕਸਟ ਵੀ ਗੋ, ਅਸੀਂ ਜਾਂਦੇ ਹਾਂ। ਗੋ ਹੋ ਗਈ ਫਸਟ ਫਾਰਮ, ਠੀਕ ਹੈ। ਐਸ ਈ ਐਸ ਤਾਂ ਲੱਗਿਆ ਨਹੀਂ ਨਾਲ ਤੇ ਨਾ ਹੀ ਸੈਕਿੰਡ ਫਾਰਮ ਲੱਗੀ ਹੈ, ਵੈਂਟ ਨਹੀਂ ਹੈ ਹਨਾ। ਸੋ ਨਾ ਡਜ਼ ਲੱਗੇਗਾ ਨਾ ਡਿਡ, ਕੀ ਰਹਿ ਗਿਆ? ਡੂ, ਠੀਕ ਹੈ। ਸੋ ਬਸ ਡੂ ਅੱਗੇ ਲਗਾ ਦੋ, ਬਾਕੀ ਸਾਰਾ ਸੇਮ, ਕੁਝ ਨਹੀਂ ਚੇਂਜ ਕਰਨਾ। ਡੂ ਵੀ ਗੋ ਟੂ ਦ ਫੇਅਰ ਵਿਦ ਆਰ ਫਰੈਂਡਸ, ਕਿ ਅਸੀਂ ਮੇਲੇ ਵਿੱਚ ਆਪਣੇ ਮਿੱਤਰਾਂ ਨਾਲ ਜਾਵਾਂਗੇ। ਅਗਲਾ A goat grazes in the field, ਕਿ ਇੱਕ ਬੱਕਰੀ ਮੈਦਾਨ ਵਿੱਚ ਚਰਦੀ ਹੈ। ਸੋ ਗ੍ਰੇਜ਼ਿਸ ਆ ਗਿਆ, ਭਾਵ ਐਸ ਜਾਂ ਈ ਐਸ ਨਾਲ ਲੱਗਿਆ ਹੈ, ਇਸ ਕਰਕੇ ਡੂ ਨਹੀਂ ਲੱਗੇਗਾ ਨਾ ਹੀ ਡਿਡ ਲੱਗੇਗਾ, ਡਜ਼ ਲੱਗੇਗਾ। ਬਾਕੀ ਸੇਮ। ਡਜ਼ ਅ ਗੋਟ ਗ੍ਰੇਜ਼ ਇਨ ਦ ਫੀਲਡ। ਨੈਕਸਟ ਵੀ ਡੂ ਨਾਟ ਕੁਆਰਲ ਵਿਦ ਆਰ ਕਲਾਸ ਫੈਲੋਜ਼, ਕੁਆਰਲ ਹੁੰਦਾ ਲੜਾਈ ਕਰਨੀ। ਅਸੀਂ ਆਪਣੇ ਕਲਾਸ ਦੇ ਸਹਿਪਾਠੀਆਂ ਦੇ ਨਾਲ ਲੜਾਈ ਨਹੀਂ ਕਰਦੇ, ਠੀਕ ਹੈ। ਸੋ ਇਹਦੇ ਵਿੱਚ ਵੀ ਡੂ ਪਹਿਲਾਂ ਲਗਾ ਦੇਣਾ, ਬਾਕੀ ਸਾਰਾ ਸੇਮ। Do we not quarrel with our class fellows? Okay ਜੀ, next activity 7। ਸੋ ਇਹਨਾਂ ਨੂੰ ਤੁਸੀਂ ਆਪ ਚੇਂਜ ਕਰਨਾ ਹੈ। he is clever, is he clever? he was simple, was he simple? Ram was feeling tired, was Ram feeling tired? Sita was angry, was Sita angry? They were good friends, were they good friends? He painted, did he paint? Again same, the door blue. He has 3 pencils. Does he have 3 pencils? We had a good time there. Did we have a good time there? I have to do it. Do I have to do it? Sohan had finished his work. Had Sohan finished his work? I shall go there tomorrow. Shall I go there tomorrow? He will play a match. Will he play a match?
I can do it. Can I do it? He may help you. May he help you? The sun does not shine at night. Does the sun not shine at night? Activity 8. Are you on leave today? ਸੋ ਇਹ ਹੁਣ ਇੰਟੈਰੋਗੇਟਿਵ ਸੈਂਟੈਂਸਸ ਹੈ, ਇਹਨਾਂ ਨੂੰ ਅਸੀਂ ਅਸਰਟਿਵ ਸੈਂਟੈਂਸ ਦੇ ਵਿੱਚ ਕਨਵਰਟ ਕਰਨਾ ਹੈ। ਆਰ ਯੂ ਔਨ ਲੀਵ ਟੁਡੇ? ਯੂ ਆਰ ਔਨ ਲੀਵ ਟੁਡੇ। Was the train late? The train was late. Were the boys not lazy? The boys were not lazy. Am I strong? I am strong. Is your sister ill? Your sister is ill. Has it been raining since morning? It has been raining since morning. Have you fulfilled your promise? You have fulfilled your promise. Has he taken the test? He has taken the test. Had you seen this picture? You had seen this picture. Did he come by train yesterday? He came by train yesterday. Can you travel 50 miles a day? You can travel 50 miles a day. Should I stick to my promise? I should stick to my promise. Does the watchman keep watch over the house? The watchman keeps watch over the house. Do you pray to God every day? You pray to God every day. Okay ਜੀ, ਹੁਣ ਅਸੀਂ ਦੇਖਾਂਗੇ ਕਿ ਪੋਜ਼ਿਟਿਵ ਨੂੰ ਨੈਗੇਟਿਵ ਚ ਕਿੱਦਾਂ ਚੇਂਜ ਕਰਨਾ। ਫਸਟ ਕੀ ਹੈ? I am a student. I am not a student. It is a garland. Garland ਹੁੰਦੀ ਹੈ ਮਾਲਾ, ਹਾਰ। It is not a garland. We are tourists. We are not tourists. The mango was sweet. The mango was not sweet. The knives were sharp. The knives were not sharp. You can win the game. You cannot win the game. We must help him. ਸਾਨੂੰ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। We must not help him. She may resign from her post. ਉਹ ਹੋ ਸਕਦਾ ਹੈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇ। She may not resign from her post. You should follow this path. You should not follow this path. ਤੁਹਾਨੂੰ ਇਸ ਰਸਤੇ ਤੇ ਨਹੀਂ ਚੱਲਣਾ ਚਾਹੀਦਾ। I may be dropped out of the team. ਹੋ ਸਕਦਾ ਹੈ ਮੈਨੂੰ ਟੀਮ ਚੋਂ ਕੱਢ ਦਿੱਤਾ ਜਾਵੇ। I may not be dropped out of the team. I have learnt my lesson. ਮੈਂ ਆਪਣਾ ਸਬਕ ਸਿੱਖ ਲਿਆ ਹੈ। I have not learnt my lesson. They had reached there. They had not reached there. He has written a book. He has not written a book. We had a dog. We did not have a dog. I have a book. I do not have a book. So ਇਹਦੇ 'ਚ not ਇੱਕ ਦਿੱਤਾ ਹੈ। So ਕਿਹੜਾ ਕਿ you can also use the shortened forms as a weren't place of were not, isn't in place of is not, wasn't in place of was not, and don't in place of do not, didn't in place of did not, doesn't in place of does not, can't in place of cannot, etc. So ਇਹ ਸਾਰੀਆਂ ਜਿਹੜੀਆਂ short form ਹੈ ਇਹ ਤੁਸੀਂ use ਕਰ ਸਕਦੇ ਹੋ। These shortened forms are generally used in conversation. ਇਹ ਆਮ ਕਰਕੇ conversation ਜਦੋਂ ਤੁਸੀਂ ਗੱਲਬਾਤ ਕਰਦੇ ਹੋ ਉਦੋਂ ਕੰਮ ਆਉਂਦੀਆਂ ਹਨ। ਭਾਵ ਜੇ ਤੁਸੀਂ ਕਹਿਣਾ ਹੋਵੇ I can not come, ਤੁਸੀਂ ਕਹਿੰਦੇ I can't come, ਠੀਕ ਹੈ। ਸੋ ਇੱਦਾਂ ਤੁਸੀਂ short form use ਕਰ ਸਕਦੇ ਹੋ। ਆਓ ਹੁਣ ਆਪਾਂ ਆਪਣੇ ਆਪ ਚੇਂਜ ਕਰਦੇ ਹਾਂ ਪੋਜ਼ਿਟਿਵ ਨੂੰ ਨੈਗੇਟਿਵ ਦੇ ਵਿੱਚ। This dress is very costly. This dress is not very costly. His neighbor was quite well yesterday. His neighbor was not quite well yesterday. Your friends were good to me. Your friends were not good to me. Sham has a lotus in his hand. Sham does not have a lotus in his hand. I have a horse. I do not have a horse. I have seen this picture. I have not seen this picture. You have corrected me. You have not corrected me. The cattle graze in the pasture. The cattle do not graze in the pasture. I get up early in the morning. I do not get up early in the morning. We saw a snake in the grass. We did not see
a snake in the grass। ਹੁਣ ਆਓ ਆਪਾਂ ਉਲਟਾ ਕਰਦੇ ਹਾਂ ਕਿ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਕਨਵਰਟ ਕਰਦੇ ਹਾਂ। ਸੋਹਨ ਇਜ਼ ਨੋਟ ਐਨ ਆਈਡਲ ਬॉय। ਸੋਹਨ ਇਜ਼ ਐਨ ਆਈਡਲ ਬॉय। I do not have an umbrella with me। I have an umbrella with me। He may not play well today। He may play well today। She cannot tell a lie। She can tell a lie। I must not take this medicine। I must take this medicine। He does not take this risk। He takes this risk। Do not strike the match। Strike the match। Do not let him go। Let him go। Do not keep my book। Keep my book। They did not catch the evening train। They caught the evening train। ਹੁਣ ਐਕਸਕਲੇਮੇਟਰੀ ਨੂੰ ਆਪਾਂ ਅਸਰਟਿਵ ਵਿੱਚ ਚੇਂਜ ਕਰਾਂਗੇ। ਭਾਵ ਉਹ ਸੈਂਟੈਂਸ ਜਿਹੜੇ ਅਸੀਂ ਬੜੇ ਹਾਵ ਭਾਵ ਨੂੰ ਬਿਆਨ ਕਰਕੇ ਬੋਲੇ ਆ ਉਹਨੂੰ ਬੜੇ ਸਿੰਪਲ ਜੀ ਭਾਸ਼ਾ 'ਚ ਬੋਲਾਂਗੇ। ਸੋ ਪਹਿਲਾ ਕੀ ਆ, ਵਾਟ ਅ ਲਵਲੀ ਸੀਨ। ਤੇ ਸਿੰਪਲ ਬੋਲਣਾ ਹੋਵੇ ਕਿੱਦਾਂ ਬੋਲਾਂਗੇ, ਇਟ ਇਜ਼ ਅ ਵੈਰੀ ਲਵਲੀ ਸੀਨ। ਨੈਕਸਟ, ਲੌਂਗ ਲਿਵ ਆਰ ਲੀਡਰ। ਵੀ ਵਿਸ਼, ਅਸੀਂ ਆਸ ਕਰਦੇ ਹਾਂ that our leader may live long। next, ਅਲਾਸ, ਓਹੋ ਬਹੁਤ ਦੁੱਖ ਹੋਇਆ, I shall never be able to see him again, ਕਿ ਮੈਂ ਉਹਨੂੰ ਕਦੀ ਵੀ ਦੁਬਾਰਾ ਨਹੀਂ ਮਿਲ ਪਾਵਾਂਗਾ। ਸੋ ਅਲਾਸ ਯਾਨੀ ਦੁੱਖ ਹੋਇਆ। ਸੋ ਜਿਹੋ ਜਿਹੇ ਹਾਵ ਭਾਵ ਹੋਣ ਆਪਾਂ ਉਹੋ ਜਿਹਾ ਅੱਗੇ ਲਿਖ ਦੇਣਾ ਕਿ it is very sad that I shall never be able to see him again। ਹੁਰੇ, ਹੁਣ ਠੀਕ ਹੈ, ਇਹ ਤੁਹਾਡੀ ਹੈਪੀਨੈਸ ਸ਼ੋ ਕਰ ਰਿਹਾ। ਸੋ ਆਪਾਂ ਸ਼ੁਰੂ ਕਿੱਦਾਂ ਕਰਾਂਗੇ, ਵੀ ਆਰ ਵੈਰੀ ਹੈਪੀ। ਕਾਹਦੇ ਵਾਸਤੇ ਹੈਪੀ ਆ ਕਿ ਵੀ ਹੈਵ ਵਨ ਦ ਮੈਚ, ਦੈਟ ਵੀ ਹੈਵ ਵਨ ਦ ਮੈਚ। ਵਾਟ ਅ ਪਿਟੀ, ਪਿਟੀ ਹੁੰਦਾ ਦੁੱਖ ਦੀ ਗੱਲ ਹੈ। ਸੋ ਇਹਨੂੰ ਕਿੱਦਾਂ ਸ਼ੁਰੂ ਕਰਾਂਗੇ, ਇਟ ਇਜ਼ ਵੈਰੀ ਸੈਡ, ਅੱਗੇ ਦੈਟ ਲਗਾ ਦਿਓ, ਬਾਕੀ ਸਾਰਾ ਸੇਮ। ਯੂ ਹੈਵ ਬੀਨ ਵੇਸਟਿੰਗ ਓਪਰਚੁਨਿਟੀਜ਼। ਅੱਗੇ ਕੀ ਹੈ, ਅਲਾਸ, ਅਲਾਸ ਵੀ ਕੀ ਹੈ, ਸੈਡ ਹੈ ਨਾ। ਸੋ ਆਪਾਂ ਇਹ ਲਿਖਾਂਗੇ ਇਟ ਇਜ਼ ਸੈਡ, ਦੈਟ ਲਗਾ ਕੇ ਅੱਗੇ ਸਾਰਾ ਸੈਂਟੈਂਸ ਸੇਮ। ਦੈਟ ਦ ਸੋਲਜਰ ਡਾਈਡ ਫਾਈਟਿੰਗ। ਸੋਲਜਰ ਲੜਦੇ ਹੋਏ ਸ਼ਹੀਦ ਹੋ ਗਿਆ। 7th, ਹਾਊ ਹੌਟ ਇਟ ਇਜ਼ ਟੁਡੇ। ਇਟ ਇਜ਼ ਵੈਰੀ ਹੌਟ ਟੁਡੇ। 8th, ਡੈਥ ਟੂ ਦ ਟ੍ਰੇਟਰਸ, ਕਿ ਗੱਦਾਰਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦ ਟ੍ਰੇਟਰਸ ਮਸਟ ਬੀ ਪਨਿਸ਼ਡ ਵਿਦ ਡੈਥ। ਠੀਕ ਹੈ, ਸੋ ਜਿਹੜੇ ਟ੍ਰੇਟਰਸ ਹਨ ਉਹਨਾਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹ ਇਹਦੀ ਅਸਰਟਿਵ ਫਾਰਮ ਆ ਗਈ। ਹਾਊ ਗਲੈਡ ਆਈ ਐਮ ਦੈਟ ਯੂ ਹੈਵ ਕਮ, ਮੈਂ ਕਿੰਨਾ ਖੁਸ਼ ਹਾਂ ਕਿ ਤੂੰ ਇੱਥੇ ਆਇਆ ਹੈ। ਠੀਕ ਹੈ, ਗਲੈਡ ਮਤਲਬ ਖੁਸ਼। ਆਈ ਐਮ ਵੈਰੀ ਗਲੈਡ ਦੈਟ ਯੂ ਹੈਵ ਕਮ। ਨੈਕਸਟ, ਵਾਟ ਅ ਡਿਸਗ੍ਰੇਸ ਫॉर ਦ ਫੈਮਿਲੀ, ਕਿ ਫੈਮਿਲੀ ਲਈ ਕਿੰਨੀ ਸ਼ਰਮਨਾਕ ਗੱਲ ਹੈ। ਸੋ ਕਿੰਨੀ ਸ਼ਰਮਨਾਕ ਗੱਲ ਮਤਲਬ ਕਾਫੀ ਵੱਡੀ ਸ਼ਰਮ ਵਾਲੀ ਗੱਲ ਹੈ। ਇਟ ਇਜ਼ ਅ ਬਿਗ ਡਿਸਗ੍ਰੇਸ ਫॉर ਦ ਫੈਮਿਲੀ। ਨੈਕਸਟ, ਐਕਟੀਵਿਟੀ 11, change the following exclamatory sentences into assertive sentences। ਹੁਣ ਆਪਾਂ exclamatory sentence ਨੂੰ simple sentence assertive sentence ਵਿੱਚ ਬਦਲਾਂਗੇ। ਸੋ ਫਸਟ ਕੀ ਹੈ, bravo ਯਾਨੀ ਸ਼ਾਬਾਸ਼, ਕਿਸੇ ਦੀ ਆਪਾਂ ਤਾਰੀਫ ਕੀਤੀ ਹੈ। ਠੀਕ ਹੈ, ਸੋ ਇਹਨੂੰ ਤੁਸੀਂ ਲਿਖ ਸਕਦੇ ਹੋ it is a matter of praise that you have done well। next, alas, alas ਮਤਲਬ ਬੜੇ ਦੁੱਖ ਦੀ ਗੱਲ ਹੈ। ਸੋ ਇਹਨੂੰ ਕਿੱਦਾਂ ਚੇਂਜ ਕਰਾਂਗੇ, it is sad that the soldiers died at Galwan Valley। third, how beautiful the scenery is। ਸੋ ਇਹਦਾ ਸਿੰਪਲ ਲਿਖ ਦਾਂਗੇ the scenery is very beautiful। how foolish I had been। ਸੋ ਇਹਦਾ ਵੀ ਸਿੰਪਲ ਬਣਾ ਦਾਂਗੇ I had been very foolish। what a disaster the earthquake is। ਸੋ ਇਹਦਾ ਕੀ ਚੇਂਜ ਹੋਏਗਾ, the earthquake is a great disaster। next, how stiff the paper is। the paper is very stiff। may God reward this act of yours। let God reward this act of yours। what a terrible storm it is। it is a very terrible storm। wonderful, I have never seen anything like this earlier। it is a matter of wonder that I have never seen anything like this earlier। 10th, may God pardon this sinner, कि परमात्मा इस पापी ਨੂੰ ਮਾਫ ਕਰੇ। let God pardon this sinner। next, activity 12, change the following assertive sentences into exclamatory sentence। ਹੁਣ ਅਸੀਂ assertive sentences ਨੂੰ exclamatory sentences ਵਿੱਚ ਕਨਵਰਟ ਕਰਨਾ ਹੈ। first, he is truly noble। how noble he is। this is indeed a great pleasure। what a great pleasure this is।
It is very kind of you to help him like that. How kind of you to help him like that. Fourth, I wish I were young again. Oh, that. I were young again. Fifth, it is a very wonderful opportunity. What a wonderful opportunity it is. It is a bitterly cold morning. What a bitterly cold morning. It was an extremely delightful party. How delightful party was. She danced very beautifully. How beautifully she danced. I wish I had never met you. If I had never met you. It is stupid of me to forget your name. How stupid I am to forget your name. मैं उम्मीद करता ਹਾਂ ਇਹ ਵੀਡੀਓ ਤੁਹਾਡੇ ਲਈ ਜ਼ਰੂਰ ਹੈਲਪਫੁਲ ਰਹੇਗੀ। ਇਸ ਨੂੰ ਬਾਰ-ਬਾਰ ਸੁਣਦੇ ਰਹੋ ਤਾਂ ਕਿ ਤੁਹਾਨੂੰ ਹਰ ਚੀਜ਼ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਜਾਵੇ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ ਦੋ ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ। ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਹੈ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।